मैं हाँ भुलिंदर सिंह बिरमानी लेके हाजिर हाँ नॉर्थ अमेरिका ਦੀਆਂ ਸਰਗਰਮੀਆਂ ਦੱਸਾਂਗੇ ਤੁਹਾਨੂੰ ਅਮਰੀਕਾ ਕੈਨੇਡਾ ਦਾ ਹਾਲ ਪਰ ਸਭ ਤੋਂ ਪਹਿਲਾਂ ਵੇਖ ਲੈਂਦੇ ਆ ਕੀ ਨੇ ਅੱਜ ਦੀਆਂ ਖਾਸ ਖਬਰਾਂ। ਨਿਊ ਮੈਕਸੀਕੋ ਸਟੇਟ ਵਿੱਚ ਹਾਈਵੇ 40 ਈਸਟ ਬਾਉਂਡ ਤੇ ਖੜੇ ਟ੍ਰੇਲਰ ਵਿੱਚ ਟਕਰਾਇਆ ਟਰੱਕ, ਹੋਇਆ ਵੱਡਾ ਹਾਦਸਾ। ਸੁਖਵਿੰਦਰ ਸਿੰਘ ਟਿਵਾਣਾ ਦੀ ਟਰੱਕ ਹਾਦਸੇ ਵਿੱਚ ਹੋਈ ਮੌਤ। ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਦਿੱਤੀ ਸ਼ਹੀਦ ਜਸਵੰਤ ਸਿੰਘ ਖਾਲੜਾ ਦਿਵਸ ਸੰਬੰਧੀ ਜਾਣਕਾਰੀ। ਲੋਕਾਂ ਨੇ ਕੀਤੀ ਮੇਅਰ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ। ਔਸ਼ਵਾ ਵਿੱਚ ਗੋਲੀਬਾਰੀ ਦਾ ਸ਼ਿਕਾਰ ਹੋਏ ਪਰਿਵਾਰ ਨੂੰ ਦਿੱਤੀ ਗਈ ਸ਼ਰਧਾਂਜਲੀ। ਪਰਿਵਾਰ ਦੇ ਬਾਕੀ ਬਚੇ ਮੈਂਬਰਾਂ ਲਈ ਮਦਦ ਦੀ ਕੀਤੀ ਗਈ ਅਪੀਲ। ਅਤੇ ਓਨਟਾਰੀਓ ਦੇ ਸਿੱਖਿਆ ਮੰਤਰੀ ਨੇ ਬੈਕ ਟੂ ਸਕੂਲ ਪ੍ਰੋਗਰਾਮ ਬਾਰੇ ਦਿੱਤੀ ਜਾਣਕਾਰੀ। ਕਲਾਸਿਸ ਵਿੱਚ ਥਾਂ ਨੂੰ ਲੈ ਕੇ ਟੋਰਾਂਟੋ ਸਕੂਲ ਬੋਰਡ ਨਾਲ ਗੱਲਬਾਤ ਦਾ ਦੌਰ ਜਾਰੀ। ਹੁਣ ਕਰਦੇ ਹਾਂ ਬੁਲੇਟਿਨ ਦਾ ਆਗਾਜ਼। ਪਿਛਲੇ ਕੁਝ ਸਮੇਂ ਤੋਂ ਅਮਰੀਕਨ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਪੰਜਾਬੀ ਭਾਈਚਾਰੇ ਲਈ ਮਾੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਜੀ ਹਾਂ, ਅਗਸਤ ਅਤੇ ਸਤੰਬਰ ਦੇ ਮਹੀਨੇ ਦੌਰਾਨ ਹੁਣ ਤੱਕ ਅਮਰੀਕਾ ਦੀਆਂ ਸੜਕਾਂ ਤੇ ਕਈ ਪੰਜਾਬੀ ਟਰੱਕ ਡਰਾਈਵਰਸ ਟਰੱਕ ਹਾਦਸੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। ਹੁਣ ਇੱਕ ਵਾਰ ਫੇਰ ਵੱਡਾ ਹਾਦਸਾ ਸਾਹਮਣੇ ਆਇਆ। ਜੀ ਹਾਂ, ਬੀਤੀ 5 ਸਤੰਬਰ ਨੂੰ ਨਿਊ ਮੈਕਸੀਕੋ ਸਟੇਟ ਵਿੱਚ ਹਾਈਵੇ 40 ਈਸਟ ਬਾਉਂਡ ਮੀਲ ਮਾਰਕਰ 112 ਦੇ ਨੇੜੇ ਭਿਆਨਕ ਟਰੱਕ ਹਾਦਸਾ ਵਾਪਰ ਗਿਆ, ਜਿਸ ਵਿੱਚ ਫ੍ਰੈਸਨੋ ਦੇ ਰਹਿਣ ਵਾਲੇ 45 ਸਾਲਾਂ ਦੇ ਸੁਖਵਿੰਦਰ ਸਿੰਘ ਟਿਵਾਣਾ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫ੍ਰੀਵੇ 40 ਤੇ ਰੋਡ ਵਰਕ ਕਾਰਨ ਟ੍ਰੈਫਿਕ ਰੁਕਿਆ ਹੋਇਆ ਸੀ, ਪਰ ਇਸ ਦੌਰਾਨ ਸੁਖਵਿੰਦਰ ਸਿੰਘ ਟਿਵਾਣਾ ਆਪਣਾ ਟਰੱਕ ਰੋਕਣ ਵਿੱਚ ਅਸਫਲ ਰਹੇ ਅਤੇ ਫਿਰ ਅੱਗੇ ਖੜੇ ਟ੍ਰੇਲਰ ਵਿੱਚ ਜਾ ਟਕਰਾਏ ਅਤੇ ਟਰੱਕ ਦੂਜੀ ਸਾਈਡ ਤੇ ਪਲਟ ਗਿਆ, ਜਿਸ ਕਾਰਨ ਟਰੱਕ ਦੇ ਡੀਜ਼ਲ ਟੈਂਕ ਦੇ ਫਟਣ ਕਾਰਨ ਟਰੱਕ ਨੂੰ ਭਿਆਨਕ ਅੱਗ ਦੀਆਂ ਲਪਟਾਂ ਨੇ ਘੇਰ ਲਿਆ। ਹਾਦਸੇ ਤੋਂ ਬਾਅਦ ਸੁਖਵਿੰਦਰ ਸਿੰਘ ਟਿਵਾਣਾ ਸਟੀਅਰਿੰਗ ਵੀਲ ਅਤੇ ਸੀਟ ਦੇ ਵਿਚਕਾਰ ਹੀ ਫਸ ਗਏ ਅਤੇ ਫਿਰ ਬਾਹਰ ਨਹੀਂ ਨਿਕਲ ਸਕੇ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਸੁਖਵਿੰਦਰ ਸਿੰਘ ਟਿਵਾਣਾ ਪਿਛਲੇ 18-19 ਸਾਲਾਂ ਤੋਂ ਤਕਰੀਬਨ ਟਰੱਕਿੰਗ ਬਿਜ਼ਨਸ ਵਿੱਚ ਸਨ ਅਤੇ ਫਿਰ ਜੋਤ ਟਰੱਕਿੰਗ ਦੇ ਨਾਂ ਹੇਠ ਆਪਣੀ ਕੰਪਨੀ ਚਲਾ ਰਹੇ ਸਨ। ਹਾਦਸੇ ਵਾਲੇ ਦਿਨ ਉਹ ਖੁਦ ਟਰੱਕ ਲੈ ਕੇ ਜਾ ਰਹੇ ਸਨ ਕਿ ਅਚਾਨਕ ਇਹ ਵੱਡਾ ਹਾਦਸਾ ਵਾਪਰ ਗਿਆ। ਸੁਖਵਿੰਦਰ ਸਿੰਘ ਟਿਵਾਣਾ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ, 2 ਬੇਟੇ ਅਤੇ 1 ਬੇਟੀ ਛੱਡ ਗਏ ਨੇ। ਗੌਰਤਲਬ ਹੈ ਕਿ ਉਹਨਾਂ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਨਾਲ ਸੰਬੰਧਿਤ ਹੈ ਅਤੇ ਫਿਰ ਉਹ ਪਿਛਲੇ 25-26 ਸਾਲਾਂ ਤੋਂ ਅਮਰੀਕਾ ਵਿੱਚ ਹੀ ਰਹਿ ਰਹੇ ਸਨ। ਇਸ ਮੰਦਭਾਗੀ ਖਬਰ ਕਾਰਨ ਫ੍ਰੈਸਨੋ ਇਲਾਕੇ ਦਾ ਪੰਜਾਬੀ ਭਾਈਚਾਰਾ ਡੂੰਘੇ ਸਦਮੇ ਵਿੱਚ ਹੈ। ਅਮਰੀਕਾ ਵਿੱਚ 2020 ਦੀ ਜਨਗਣਨਾ ਵਿੱਚ ਰਹਿਣ ਵਾਲੇ ਹਰ ਵਿਅਕਤੀ ਦੀ ਗਿਣਤੀ ਹੋਵੇਗੀ, ਫਿਰ ਉਹ ਭਾਵੇਂ ਛੋਟਾ ਹੋਵੇ ਜਾਂ ਵੱਡਾ। ਇਹ ਗਿਣਤੀ ਇੱਕ ਸਰਕਾਰੀ ਏਜੰਸੀ US ਸੈਂਸਸ ਬਿਊਰੋ ਰਾਹੀਂ ਹਰ 10 ਸਾਲਾਂ ਬਾਅਦ ਕੀਤੀ ਜਾਂਦੀ ਹੈ। ਗੌਰਤਲਬ ਹੈ ਕਿ ਇਹ ਜਨਗਣਨਾ ਅਹਿਮ ਡਾਟਾ ਦਿੰਦੀ ਹੈ ਜੋ ਤੁਹਾਡੇ ਜੀਵਨ ਦੇ ਕਈ ਵੱਖ-ਵੱਖ ਪੱਖਾਂ ਨੂੰ ਰੂਪ ਦੇ ਸਕਦਾ ਹੈ। ਕਾਨੂੰਨ ਨਿਰਮਾਤਾ, ਵਪਾਰ ਮਾਲਕਾਂ, ਅਧਿਆਪਕ ਅਤੇ ਹੋਰ ਕਈ ਵਿਅਕਤੀ ਇਸ ਡਾਟਾ ਦੀ ਰੋਜ਼ਾਨਾ ਵਰਤੋਂ ਵੱਖ-ਵੱਖ ਭਾਈਚਾਰੇ ਵਿੱਚ ਸੇਵਾ, ਉਤਪਾਦ ਅਤੇ ਫਿਰ ਮਦਦ ਦੇਣ ਲਈ ਕਰਦੇ ਨੇ। ਕਾਨੂੰਨ ਵੱਲੋਂ ਇਹ ਜ਼ਰੂਰੀ ਹੈ ਕਿ ਜਨਗਣਨਾ ਬਿਊਰੋ ਤੁਹਾਡੇ ਜਵਾਬਾਂ ਨੂੰ ਸੁਰੱਖਿਅਤ ਅਤੇ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਗੁਪਤ ਰੱਖੇ ਅਤੇ ਇਸੇ ਲਈ ਹਰ ਮੁਲਾਜ਼ਮ ਜੀਵਨ ਭਰ ਲਈ ਤੁਹਾਡੀ ਨਿੱਜੀ ਜਾਣਕਾਰੀ ਸੁਰੱਖਿਅਤ ਰੱਖਣ ਲਈ ਸਹੁੰ ਚੁੱਕਦਾ ਹੈ। ਜਿਸ ਦਾ ਚਲਦਿਆਂ ਇਸ ਵਾਰ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕਾ ਦੀ ਮਰਦਮਸ਼ੁਮਾਰੀ 2020 ਵਿੱਚ ਸਿੱਖਾਂ ਦੀ ਗਿਣਤੀ ਹੁਣ ਭਾਰਤੀਆਂ ਵਜੋਂ ਨਹੀਂ ਬਲਕਿ ਵੱਖਰੇ ਤੌਰ ਤੇ ਅਮਰੀਕਨ ਸਿੱਖਾਂ ਵਜੋਂ ਹੋਣੀ ਚਾਹੀਦੀ ਹੈ। ਪਿਛਲੇ 10 ਸਾਲਾਂ ਤੋਂ ਅਮਰੀਕਨ ਸਿੱਖ ਇਹ ਲਗਾਤਾਰ ਮੰਗ ਕਰਦੇ ਆ ਰਹੇ ਹਨ, ਜੋ ਹੁਣ ਪੂਰੀ ਵੀ ਹੋ ਗਈ ਹੈ, ਪਰ ਇਸ ਲਈ ਜ਼ਰੂਰੀ ਹੈ ਕਿ ਮਰਦਮਸ਼ੁਮਾਰੀ ਵਿੱਚ ਹਰ ਅਮਰੀਕਨ ਸਿੱਖ ਹਿੱਸਾ ਲਏ ਅਤੇ ਫਿਰ ਆਪਣੇ ਆਪ ਨੂੰ ਅਮਰੀਕਨ ਸਿੱਖ ਦੇ ਤੌਰ ਤੇ ਜਾਣਕਾਰੀ ਦੇਵੇ, ਜਿਸ ਲਈ ਬਕਾਇਦਾ ਹੁਣ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹਰ ਸੰਸਥਾ, ਹਰ ਵਿਅਕਤੀ ਅੱਗੇ ਆ ਰਿਹਾ ਹੈ। ਸੈਨ ਹੋਜ਼ੇ ਵਿੱਚ ਸਥਿਤ ਸਿੱਖ ਗੁਰਦੁਆਰਾ ਸੈਨ ਹੋਜ਼ੇ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਗੁਰਿੰਦਰਪਾਲ ਸਿੰਘ ਵੱਲੋਂ ਵੀ ਇਸ ਬਾਬਤ ਲੋਕਾਂ ਨੂੰ ਖਾਸ ਜਾਣਕਾਰੀ ਮੁਹੱਈਆ ਕਰਵਾਈ ਗਈ। ਕੀ ਕੁਝ ਦੱਸਿਆ ਗਿਆ ਉਹਨਾਂ ਵੱਲੋਂ, ਆਓ ਜਾਣ ਲੈਂਦੇ ਹਾਂ। ਵੀਰੋ ਤੇ ਭੈਣੋ, ਮਰਦਮਸ਼ੁਮਾਰੀ ਦੀ ਕਰ ਲਓ ਤਿਆਰੀ, ਇਸ ਤੇ ਹੈ ਨਿਰਭਰ ਮਦਦ ਸਰਕਾਰੀ। ਮੈਂ ਗੁਰਿੰਦਰਪਾਲ ਸਿੰਘ ਸਿੱਖ ਗੁਰਦੁਆਰਾ ਸੈਨ ਹੋਜ਼ੇ ਤੋਂ ਬੇਨਤੀ ਕਰ ਰਿਹਾ ਹਾਂ, ਆਪ 30 ਸਤੰਬਰ ਤੋਂ ਪਹਿਲਾਂ my2020 census.gov ਵੈਬਸਾਈਟ ਤੇ ਜਾ ਕੇ ਮਰਦਮਸ਼ੁਮਾਰੀ ਵਿੱਚ ਹਿੱਸਾ ਲਵੋ ਜਾਂ 8443302020 ਤੇ ਫੋਨ ਕਰੋ। ਅਗਰ ਨਹੀਂ ਕਰੋਗੇ ਤਾਂ 10 ਸਾਲ ਤੱਕ ਕਿਸੇ ਗਿਣਤੀ ਵਿੱਚ ਨਹੀਂ ਆਵਾਂਗੇ। ਸਿੱਖ ਪਰਿਵਾਰ ਸਵਾਲ ਨੰਬਰ 9 ਤੇ ਅਦਰ ਭਰ ਕੇ ਸਿੱਖ ਭਰ ਦਿਓ। ਆਪ ਤੇ ਬਹੁਤ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨੀ ਸਿੱਖ ਮੋਟਰਸਾਈਕਲ ਕਲੱਬ ਆਫ ਅੰਟਾਰੀਓ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ਰਾਈਡ ਦਾ ਪ੍ਰਬੰਧ ਕੀਤਾ ਗਿਆ। ਇਹ ਰਾਈਡ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋ ਕੇ ਲਗਭਗ 400 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਵਾਪਸ ਡਿਕਸੀ ਗੁਰੂ ਘਰ ਵਿਖੇ ਸਮਾਪਤ ਹੋਈ। ਪ੍ਰਬੰਧਕਾਂ ਮੁਤਾਬਕ ਇਹ ਰਾਈਡ ਉਹਨਾਂ ਇਲਾਕਿਆਂ ਵਿੱਚੋਂ ਕੱਢੀ ਗਈ ਜਿੱਥੇ ਸਿੱਖ ਘੱਟ ਗਿਣਤੀ ਵਿੱਚ ਵਸਦੇ ਨੇ।
ਕੈਨੇਡਾ ਦੀ ਨੌਜਵਾਨ ਪੀੜ੍ਹੀ ਨੂੰ ਦਸਤਾਰ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਵੀ ਇਸ ਰਾਈਡ ਦਾ ਮੁੱਖ ਮਕਸਦ ਰਿਹਾ। ਬਰੈਂਪਟਨ ਸਿਟੀ ਕਾਉਂਸਲ ਵੱਲੋਂ 6 ਸਤੰਬਰ ਦੇ ਦਿਨ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਮਨਾਉਣ ਨੂੰ ਮਾਨਤਾ ਦੇਣ ਦੇ ਮਾਣ ਵਿੱਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਵੀ ਹਾਜ਼ਰੀ ਭਰੀ। ਅੱਜ ਅਸੀਂ ਤੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜੋ ਸ਼ਹੀਦੀ ਦੇ ਸਮਰਪਿਤ ਇਸ ਰਾਈਡ ਚੱਲ ਰਹੀ ਹੈ, ਅਸੀਂ ਸਮੂਹ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਨੂੰ, ਉਹਨਾਂ ਦੀ ਟੀਮ ਨੂੰ ਵਧਾਈ ਦਿੰਦੇ ਹਾਂ, ਕਿਉਂਕਿ ਇਸ ਕਲੱਬ ਨੇ ਚਾਹੇ ਕਰੋਨਾ ਵਾਇਰਸ ਚੱਲ ਰਿਹਾ ਸੀ ਪੈਂਡੈਮਿਕ ਦੇ ਵਿੱਚ, ਉਹਨਾਂ ਨੇ ਚਾਹੇ ਹੈਲਥ ਕੇਅਰ ਵਰਕਰਸ ਹੋਣ ਜਾਂ ਉੱਦਾਂ ਕਮਿਊਨਿਟੀ ਵਿੱਚ ਬਹੁਤ ਸੇਵਾ ਕੀਤੀ ਸੀ। ਅੱਜ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਤਕਰੀਬਨ ਕਾਫੀ ਆਪਣੀਆਂ ਟੀਮਾਂ ਇੱਥੇ ਪਹੁੰਚ ਵੀ ਗਈਆਂ, ਮੋਟਰਸਾਈਕਲ ਕਲੱਬ ਵੀ ਪਹੁੰਚ ਗਏ, ਪਰ ਇਕੱਠੇ ਰਲ ਕੇ ਕਾਫੀ ਦੂਰ ਤੱਕ ਜਾਓਗੇ ਆਪਣੇ ਪੋਰਟ ਡੋਵਰ ਤੱਕ, ਤੇ ਬਹੁਤ ਮਾਣ ਮਹਿਸੂਸ ਹੁੰਦਾ ਸਾਨੂੰ ਜਦੋਂ ਆਪਣੇ ਦਸਤਾਰਾਂ ਪਹਿਨ ਕੇ ਮੋਟਰਸਾਈਕਲ ਚੱਲਦਾ। ਸਾਡੀ ਕਮਿਊਨਿਟੀ ਦਾ ਵੀ ਨਾਂ ਹੋਰ ਅਵੇਅਰਨੈਸ ਮਿਲਦੀ ਹੈ। ਸੋ ਅਸੀਂ ਇਹਨਾਂ ਸਾਰੀ ਟੀਮ ਦਾ ਸਿੱਖ ਮੋਟਰਸਾਈਕਲ ਕਲੱਬ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਚਾਹੁੰਦੇ ਹਾਂ, ਅਤੇ ਇਸ ਰਾਈਡ ਦੇ ਵਿੱਚ ਪੂਰੇ ਸੇਫਟੀ ਦੇ ਨਾਲ ਹੀ ਅਤੇ ਵਧੀਆ ਤੋਂ ਵਧੀਆ ਵਾਪਸ ਜੋ ਅੰਟਾਰੀਓ ਖਾਲਸਾ ਦਰਬਾਰ ਵਿਖੇ ਸਮਰਪਿਤ ਹੋਗੀ, ਅਸੀਂ ਉੱਥੇ ਵੀ ਜ਼ਰੂਰ ਇਸ ਟੀਮ ਨੂੰ ਮਿਲਾਂਗੇ। ਅੱਜ ਮੈਂ ਐਕਚੁਅਲੀ ਬਰੈਂਪਟਨ 'ਚ ਆਇਆ ਹੋਇਆ ਹੈਗਾ ਬਿਗਰ ਪੀਲ ਰੀਜਨ ਵਿੱਚ, ਔਰ ਜਿੱਥੇ ਅਸੀਂ ਸੈਲੀਬ੍ਰੇਟ ਕਰ ਰਹੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਜਿਹੜਾ ਇੱਕ ਰਾਈਡ ਹੋ ਰਹੀ ਹੈਗੀ। ਉਸ ਤੋਂ ਇਲਾਵਾ ਜਿਹੜਾ ਕਿ ਪਿਛਲੇ ਮਹੀਨੇ ਸਿਟੀ ਆਫ ਬਰੈਂਪਟਨ ਨੇ ਪ੍ਰੋਕਲੇਮ ਕੀਤਾ ਹੈਗਾ ਜਸਵੰਤ ਸਿੰਘ ਜੀ ਖਾਲੜਾ ਦੇ ਦੀ ਸ਼ਹੀਦੀ ਨੂੰ ਐਜ਼ ਜਸਵੰਤ ਸਿੰਘ ਜੀ ਖਾਲੜਾ ਡੇ, which is incredible. I mean, ਮੈਂ ਹਮੇਸ਼ਾ ਮੰਨਦਾ ਹੈਗਾ ਕਿ ਇਟ ਇਜ਼ ਆਰ ਰਿਸਪੋਂਸਿਬਿਲਿਟੀ। ਧੱਕਾ ਕਰਨਾ ਗਲਤ ਹੈਗਾ, ਧੱਕਾ ਸਹਿਣਾ ਉਸ ਤੋਂ ਵੀ ਵੱਡਾ ਹੈਗਾ ਗਲਤ। ਸੋ ਕਿਤੇ ਨਾ ਕਿਤੇ ਉਹ ਬੰਦੇ ਜਿਨ੍ਹਾਂ ਨੇ ਆਪਣੇ ਲਈ ਨਹੀਂ, ਲੋਕਾਂ ਵਾਸਤੇ, ਕਮਿਊਨਿਟੀ ਵਾਸਤੇ, ਸਾਰਿਆਂ ਵਾਸਤੇ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਹਾਈਲਾਈਟ ਕਰਨਾ ਬਹੁਤ ਜ਼ਰੂਰੀ ਹੈਗਾ, ਸੋ ਦੈਟ ਕਿ ਜਿਹੜਾ ਧੱਕਾ ਕਰਨ ਵਾਲਾ ਹੈ ਉਹਨੂੰ ਪਤਾ ਹੋਵੇ ਕਿ ਦੇਰ ਇਜ਼ ਸਮਬਡੀ ਵਾਚਿੰਗ। ਅਤੇ ਜਿਹੜੇ ਬੱਚੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੈਗੇ ਕਿ ਅਸੀਂ ਚੰਗੀ ਸਿੱਖਿਆ ਦੇਣਾ ਚਾਹੁੰਦੇ ਹਾਂ, ਉਹਨਾਂ ਨੂੰ ਪਤਾ ਹੋਵੇ ਕਿ ਵੇਅਰ ਆਰ ਦ ਰੋਲ ਮਾਡਲਸ ਵਿਚ ਦੇ ਕੈਨ ਫੋਲੋ ਐਂਡ ਮੇਕ ਦ ਕਮਿਊਨਿਟੀ ਬੈਟਰ। ਸੋ ਅਗੇਨ ਆਈ ਐਮ ਥੈਂਕਫੁਲ ਟੂ ਦ ਸਿੱਖ ਮੋਟਰਸਾਈਕਲ ਕਲੱਬ for arranging this ride so that we can all remember about Jaswant Singh Ji Khalda, and plus we can celebrate Guru Granth Sahib Ji's Prakash Utsav। ਐਤਕੀ ਸਾਰੀ ਸੰਗਤ ਜਾਣਦੀ ਆ ਕੋਵਿਡ ਕਰਕੇ ਆਪਾਂ ਵੱਡੇ ਸਮਾਗਮ ਨਹੀਂ ਕਰ ਸਕੇ। ਸਿੱਖ ਮੋਟਰਸਾਈਕਲ ਕਲੱਬ ਆਫ ਅੰਟੇਰੀਓ ਨੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਸਹਿਯੋਗ ਨਾਲ ਇੱਕ ਰਾਈਡ ਰੱਖੀ ਸੀ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆ। ਸਾਡੇ ਜਿੰਨੇ ਵੀ ਸਿੰਘ ਵੀਰ ਭੈਣ ਭਰਾ ਇਸ ਰਾਈਡ ਦੇ ਵਿੱਚ ਸ਼ਾਮਲ ਹੋਣ ਆਏ ਆ, ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਜਿੰਨੇ ਵੀ ਅਫੀਸ਼ੀਅਲਸ ਆਏ ਆ, ਮੀਡੀਆ ਆਇਆ, ਸਾਡਾ ਸਿੱਖ ਮੋਟਰਸਾਈਕਲ ਕਲੱਬ ਆਫ ਅੰਟਾਰੀਓ ਦਾ ਜਦੋਂ 2008 'ਚ ਅਸੀਂ ਇਹ ਕਲੱਬ ਸ਼ੁਰੂ ਕੀਤਾ ਸੀ, ਉਦੋਂ ਤੋਂ ਸਾਡਾ ਸਾਥ ਦੇ ਰਹੇ ਆ। ਅਸੀਂ ਦਸਤਾਰ ਦਾ ਸੰਘਰਸ਼ ਲੜਿਆ, ਉਦੋਂ ਵੀ ਬੜਾ ਸਾਥ ਦਿੱਤਾ। ਸਮੇਂ-ਸਮੇਂ 'ਤੇ ਜਦੋਂ ਵੀ ਕਮਿਊਨਿਟੀ ਨੂੰ ਆਵਾਜ਼ ਮਾਰੀ ਦੀ ਆ, ਸਾਨੂੰ ਬਿਨਾਂ ਕਿਸੇ ਝਿਜਕ ਆਪਣੇ ਸਮਾਗਮ ਕੈਂਸਲ ਕਰਕੇ ਵੀ ਸਾਡੇ ਨਾਲ ਆਉਂਦੇ ਨੇ। ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ। ਤੇ ਸਿੱਖ ਮੋਟਰਸਾਈਕਲ ਕਲੱਬ ਦੀ ਮੈਂਬਰਸ਼ਿਪ ਆ ਜਿਹੜੀ ਉਹ ਓਪਨ ਆ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 416 991 55 55 ਤੇ। ਅੱਜ ਦਾ ਦਿਨ ਅਸੀਂ ਇਹ ਕਹਿ ਸਕਦੇ ਹਾਂ ਇੱਕ ਇਤਿਹਾਸਿਕ ਦਿਨ ਹੈ। ਵੈਨਕੂਵਰ ਤੋਂ ਬਾਅਦ ਅਸੀਂ ਉਸ ਮਾਣਮੱਤੀ ਧਰਤੀ ਤੇ ਖੜੇ ਹਾਂ ਜਿੱਥੇ ਆਨਰੇਬਲ ਮੇਅਰ ਪੈਟਰਿਕ ਬਰਾਊਨ ਹੋਣਾ ਨੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਜਾਂ ਜੋ ਦਿਨ ਹੈ ਸੰਡੇ ਸਤੰਬਰ 6 ਉਹ ਉਹਨਾਂ ਨੇ ਐਲਾਨਿਆ। ਕੌਮ ਦੀ ਆਵਾਜ਼ ਸੁਣਦਿਆਂ ਹੋਇਆਂ ਮਨੁੱਖੀ ਅਧਿਕਾਰਾਂ ਦੇ ਪੈਰਵਾਈ ਕਰਨ ਵਾਲੇ ਉਸ ਸ਼ਖਸੀਅਤ ਦਾ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਇਹ ਦਿਨ ਅਨਾਉਂਸ ਕੀਤਾ। ਸਮੁੱਚੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਮੇਅਰ ਸਾਹਿਬ ਦਾ ਧੰਨਵਾਦ ਕਰਦੇ ਹਾਂ, ਔਰ ਉਸ ਦੇ ਨਾਲ ਹੀ ਜੋ ਅੱਜ ਦਾ ਦਿਨ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਜੋ ਇੱਕ ਰਾਈਡ ਹੈ ਸਮਰਪਿਤ, ਸਮੁੱਚੇ ਸਾਰੇ ਰਾਈਡਰਸ ਆਲ ਓਵਰ ਅੰਟਾਰੀਓ ਤੋਂ ਅੱਜ ਸਾਡੇ ਨਾਲ ਜੁੜੇ ਹਨ। ਦੂਰੋਂ ਚੱਲ ਕੇ ਸਾਡੇ ਨਾਲ ਸਾਰੇ ਹੀ ਸਿੱਖ ਜੋ ਰਾਈਡਰਸ ਨੇ, ਪਰਿਵਾਰ ਨੇ, ਇੱਕ ਫੈਮਿਲੀ ਈਵੈਂਟ ਹੈ। ਅਸੀਂ ਜੋ ਇਹ ਰਾਈਡ ਹੈ ਉਹ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ 13 ਗੁਰੂ ਨਾਨਕ ਸਟਰੀਟ ਤੋਂ ਸਟਾਰਟ ਕਰਕੇ ਅੰਟਾਰੀਓ ਦੇ ਉਹਨਾਂ ਕਸਬਿਆਂ 'ਚ ਜਾ ਰਹੇ ਹਾਂ ਜਿੱਥੇ ਸਿੱਖ ਘੱਟ ਗਿਣਤੀ 'ਚ ਵੱਸਦੇ ਹਨ, ਜਿਵੇਂ ਕਿ ਪੋਰਟ ਡੋਵਰ, ਟਰਕੀ ਪੁਆਇੰਟ, ਲੌਂਗ ਪੁਆਇੰਟ ਤੋਂ ਵਾਪਸ ਹੁੰਦੇ ਹੋਏ 500 ਕਿਲੋਮੀਟਰ ਦਾ ਤਕਰੀਬਨ ਇਹ ਸਫ਼ਰ ਤੈਅ ਕੀਤਾ ਜਾਏਗਾ, ਔਰ ਗੁਰੂ ਸਾਹਿਬ ਦੇ ਸੰਦੇਸ਼ ਲੋਕਾਂ ਤੱਕ ਵੱਖਰੀਆਂ ਕਮਿਊਨਿਟੀਆਂ ਤੱਕ ਪਹੁੰਚਾਉਂਦੇ ਹੋਏ ਅੰਟਾਰੀਓ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਇਹ ਵਾਪਸ ਰਾਈਡ ਸਮਾਪਤ ਹੋਏਗੀ ਜੀ।
ਅੱਜ ਤੱਕ ਜਿੰਨੇ ਵੀ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਪ੍ਰੋਗਰਾਮ ਦਿੱਤੇ ਗਏ ਹਨ ਉੱਥੇ ਕਮਿਊਨਿਟੀ ਨੇ ਵੱਧ ਚੜ੍ਹ ਕੇ ਆਪਣੇ ਬੱਚਿਆਂ ਨੂੰ ਇਸ ਕਲੱਬ ਨਾਲ ਜੋੜਿਆ ਹੈ। ਅਸੀਂ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕਲੱਬ ਕੋਈ ਪ੍ਰੋਗਰਾਮ ਦੇਵੇਗਾ ਤੁਸੀਂ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋਗੇ ਔਰ ਸਾਡਾ ਜੋ ਸੀਸ ਹੈ ਉਹ ਸੰਗਤਾਂ ਦੇ ਚਰਨਾਂ 'ਚ ਹਮੇਸ਼ਾ ਝੁਕਦਾ ਰਹੇਗਾ। ਅੱਜ ਸਿੱਖ ਮੋਟਰਸਾਈਕਲ ਕਲੱਬ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ ਰਾਈਡ ਉਹਨਾਂ ਦੇ ਆਨਰ ਵਿੱਚ ਕਰਨ ਜਾ ਰਿਹਾ। ਮੈਂ ਸਾਰੇ ਹੀ ਸਿੱਖ ਰਾਈਡਰਸ ਨੂੰ ਤੇ ਸਿੱਖ ਮੋਟਰਸਾਈਕਲ ਕਲੱਬ ਨੂੰ ਬਹੁਤ ਵਧਾਈ ਦਿੰਦੀ ਹਾਂ ਤੇ ਸਾਰੀ ਹੀ ਲੋਕਾਈ ਜਿੱਥੇ ਜਿੱਥੇ ਅੱਜ ਮੇਰੀ ਆਵਾਜ਼ ਪਹੁੰਚ ਰਹੀ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਬਹੁਤ ਵਧਾਈ। ਕੋਵਿਡ ਦੇ ਕਾਰਨ ਕਈ ਨਗਰ ਕੀਰਤਨ ਜਾਂ ਕਈ ਫੰਕਸ਼ਨਸ ਜਿਹੜੇ ਕਿ ਪਹਿਲਾਂ ਆਪਾਂ ਵੱਡੇ ਪੈਮਾਨੇ ਤੇ ਕਰਦੇ ਸੀ ਉਹ ਨਹੀਂ ਕੀਤੇ ਜਾ ਰਹੇ, ਪਰ ਇਹਨਾਂ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਸਟੈਪ ਚੁੱਕਿਆ ਗਿਆ ਕਿ ਉਹ ਰਾਈਡ ਕਰਨ ਜਾ ਰਹੇ ਨੇ ਦਸਤਾਰਾਂ ਸਜਾ ਕੇ। ਸੋ ਅਸੀਂ ਇਹਨਾਂ ਨੂੰ ਬਹੁਤ ਹੀ ਸੇਫ ਰਾਈਡ ਵਿਸ਼ ਕਰਦੇ ਹਾਂ ਤੇ ਇਹ ਜਿਵੇਂ ਹੱਸਦੇ ਖੇਡਦੇ ਇੱਥੋਂ ਦੀ ਜਾਣਗੇ ਉੱਦਾਂ ਹੀ ਹੱਸਦੇ ਖੇਡਦੇ ਆਪਣੇ ਪਰਿਵਾਰਾਂ ਵਿੱਚ ਆ ਕੇ ਬੈਠਣ ਤੇ ਸਾਡਾ ਆਸ਼ੀਰਵਾਦ ਸਾਡੀਆਂ ਸ਼ੁਭ ਇਛਾਵਾਂ ਹਮੇਸ਼ਾ ਹੀ ਇਹਨਾਂ ਦੇ ਨਾਲ ਬਣੀਆਂ ਰਹਿਣਗੀਆਂ। ਬਰੈਂਪਟਨ ਸਿਟੀ ਕਾਉਂਸਲ ਵੱਲੋਂ 6 ਸਤੰਬਰ ਦਾ ਦਿਨ ਸ਼ਹੀਦ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਮਨਾਉਣ ਨੂੰ ਸਰਕਾਰੀ ਮਾਨਤਾ ਦੇ ਦਿੱਤੀ ਗਈ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਫਿਰ ਸਿਟੀ ਕਾਉਂਸਲਰ ਹਰਕੀਰਤ ਸਿੰਘ ਨੇ ਬਰੈਂਪਟਨ ਵਿੱਚ ਇੱਕ ਖਾਸ ਸਮਾਗਮ ਦੌਰਾਨ ਇਹ ਜਾਣਕਾਰੀ ਸਭ ਨਾਲ ਸਾਂਝੀ ਕੀਤੀ। Here today with the Sikh Motorcycle Club to highlight human rights, freedom of religion, and we're here at the Guru Nanak Mission Center. They're going to start a 400-kilometer ride to draw attention to their cause of the Sikh faith, freedom of religion and human rights. And today is also the day the city proclaimed Jaswant Singh Kalra Day, that human rights crusader. So it's a special day and it's great to be here as mayor of the city representing the residents of Brampton. When I heard about this gathering today, obviously I want this ride, 400 kilometers that you're undertaking, also highlights the human rights, but for us it's quite special that it's happening on September 6th, because we talked about Jaswant Singh Kalra, the proclamation that is September 6th, 25 years, the anniversary of the death of this hero. And when I think of the work of the Sikh Motorcycle Club, you've always been focused on human rights, and that was his legacy, human rights. And so I think the fact that we have these two significant events we're recognizing today is special, and there's some synergy to that. I first had the opportunity to learn about the great work of the Sikh Motorcycle Club when I was in provincial politics, I think 4 or 5 years ago, and we worked side by side fighting for the freedom of religion on that Sikh motorcycle exemption. I still remember being in the legislature and you were there, and we were grilling the government saying that if it can happen in British Columbia, if it can happen in the United Kingdom, it's going to happen in Ontario. And because of your determination working with everyone, you made that a reality, and so that in itself is an accomplishment that we can't forget. ਔਸ਼ਵਾ ਦੇ ਔਟਨਾਮਾ ਵਿਖੇ ਇੱਕ ਜਾਨਲੇਵਾ ਗੋਲੀਬਾਰੀ ਦੇ ਕਾਰਨ ਮਾਰੇ ਗਏ ਪਰਿਵਾਰ ਨੂੰ ਸ਼ਰਧਾਂਜਲੀ ਦਿੱਤੀ ਗਈ। ਜੀ ਹਾਂ, ਇਸ ਗੋਲੀਬਾਰੀ ਦੌਰਾਨ 3 ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਇਸ ਪਰਿਵਾਰ ਦੇ ਬਾਕੀ ਬਚੇ ਮੈਂਬਰਾਂ ਲਈ ਭਾਈਚਾਰੇ ਵੱਲੋਂ ਮਦਦ ਵੀ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਟੋਰਾਂਟੋ ਦੇ ਪੂਰਬੀ ਇਲਾਕੇ ਵਿੱਚ ਇੱਕ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਉਸੇ ਦੇ ਘਰ ਵਿੱਚੋਂ ਹੀ ਮਿਲੀ ਜਿੱਥੇ 4 ਵਿਅਕਤੀਆਂ ਦੀਆਂ ਲਾਸ਼ਾਂ ਪਾਈਆਂ ਗਈਆਂ ਸਨ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਘਰ ਵਿੱਚੋਂ ਗੋਲੀਆਂ ਚੱਲਣ ਅਤੇ ਫਿਰ ਚੀਖਾਂ ਦੀਆਂ ਕਈ ਆਵਾਜ਼ਾਂ ਸੁਣਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਲੋਕਾਂ ਨੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ 911 ਤੇ ਕਾਲ ਕੀਤਾ ਸੀ ਅਤੇ ਫਿਰ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਸੀ ਤਾਂ ਉਸ ਸਮੇਂ ਵੀ ਗੋਲੀਆਂ ਲਗਾਤਾਰ ਚੱਲ ਰਹੀਆਂ ਸਨ। ਪਰ ਜਦੋਂ ਉਹ ਘਰ ਦੇ ਅੰਦਰ ਦਾਖਲ ਹੋਏ ਤਾਂ ਘਰ ਦਾ ਮਾਹੌਲ ਵੇਖ ਕੇ ਉਹਨਾਂ ਦਾ ਦਿਲ ਦਹਿਲ ਗਿਆ। ਜੀ ਹਾਂ, ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਘਰ ਦੇ ਅੰਦਰ 3 ਪੁਰਸ਼ਾਂ ਤੇ ਇੱਕ ਮਹਿਲਾ ਨੂੰ ਗੋਲੀ ਲੱਗੀ ਹੋਈ ਸੀ। ਇੱਕ ਹੋਰ ਮਹਿਲਾ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿਸ ਦੀ ਹਾਲਤ ਉਸ ਸਮੇਂ ਖਤਰੇ ਤੋਂ ਬਾਹਰ ਸੀ, ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਜਾਂਚਕਾਰਾਂ ਦਾ ਕਹਿਣਾ ਹੈ ਕਿ ਇਹ ਸਾਫ਼ ਪਤਾ ਲੱਗ ਰਿਹਾ ਸੀ ਕਿ ਉਸ ਵੱਲੋਂ ਖੁਦਕੁਸ਼ੀ ਹੀ ਕੀਤੀ ਗਈ ਸੀ, ਜਿਹੜਾ ਸ਼ਖਸ ਜਿਸ ਨੇ ਗੋਲੀਬਾਰੀ ਕੀਤੀ ਸੀ। ਇਹ ਵੀ ਪਤਾ ਲੱਗਿਆ ਹੈ ਕਿ ਇਹ ਸਾਰੇ ਇੱਕੋ ਹੀ ਪਰਿਵਾਰ ਦੇ ਮੈਂਬਰ ਸਨ। They were incredible people and they had a beautiful family. And if you knew them, you loved them. And you can't not respect who they were
for this entire community. What I've met of them, they've been super sweet family, probably sweetest I've met in a long time. I don't think our community's ever faced anything like this in the history of our great city. I can't find the right words. We're just absolutely devastated. It's something together, that there are emotions and to connect. However, I would also say it's okay to have some solitude, some self-reflection, some time for self-care as well. Tragedy, especially in this neighborhood. It's tragedy. Tragic that unfortunately something like this had to happen, right? I mean, it's close to home. We're just giving our condolences. They always welcome my daughter into their home. I was their trainer for their hockey team and their ball hockey team. They would have sleepovers for the girls. Their home was the most welcoming place you could go. They treated everybody like part of the family. She's like a mom. she's the sweetest lady you'll ever meet. Very loving towards her kids, and even though she's not gone, I just know that things won't be the same for her, and I'm going to pray for her every night and just hope that she knows she has my thoughts. Quiet, respectful kid in the dressing room, in the hockey dressing room. Always please coach. Can you help me, coach? Thank you, coach. Just a great kid. He was nice, very caring, easy to get along with. He could make anyone smile on their worst days, and he would participate in so many school activities and help you if you needed. ਕੈਨੇਡਾ ਦੇ ਲੋਕ ਗਰਮੀ ਦੇ ਆਖਰੀ ਲੌਂਗ ਵੀਕਐਂਡ ਦਾ ਆਨੰਦ ਮਾਣ ਰਹੇ ਨੇ। ਜੀ ਹਾਂ, ਪਰ ਨਾਲ ਹੀ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਉਹਨਾਂ ਵੱਲੋਂ ਨਹੀਂ ਕੀਤੀ ਜਾ ਰਹੀ। ਖਾਸ ਕਰਕੇ ਨੌਜਵਾਨਾਂ ਵੱਲੋਂ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਨਹੀਂ ਵਰਤੀਆਂ ਜਾ ਰਹੀਆਂ ਤੇ ਫਿਰ ਲਗਾਤਾਰ ਭੀੜ ਇਕੱਠੀ ਕੀਤੀ ਜਾ ਰਹੀ ਹੈ। ਲੇਬਰ ਡੇ ਤੇ ਵੀ ਅਜਿਹਾ ਹੀ ਆਲਮ ਵੇਖਣ ਨੂੰ ਮਿਲਿਆ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਅੰਦਰ ਹੋਰ ਵੀ ਕੋਵਿਡ-19 ਦੇ ਮਾਮਲੇ ਵੱਧ ਸਕਦੇ ਨੇ। The September long weekend is no different, other than the fact that we get a bit more mobility amongst people. The trend is in Canada in particular, is that people are traveling within 500 kilometers of their home. Sleeping in the same accommodations, you're sharing a lot of the same objects, you're pretty much in each other's faces. Super worried. I guess I'm just a young millennial. I don't think I'll be affected that much. We don't want it to prevent us from, enjoying basically our lives. Yes, we're seeing an increase in cases, but it's not a dramatic increase, and that means that almost everybody is listening, even people in their 20s. We just need to keep it up. Enforcement much of the time is going to help. This is about us being in this together and working together on this. We've seen that being remarkably effective, and I think most of the time we don't need more enforcement, we just need more messaging. ਕੈਨੇਡਾ ਵਿੱਚ ਬਹੁਤ ਸਾਰੇ ਸਕੂਲਾਂ ਨੂੰ ਪਹਿਲਾਂ ਤੋਂ ਹੀ ਅਧਿਆਪਕ ਅਤੇ ਬੱਚਿਆਂ ਦੇ ਸੰਕਰਮਿਤ ਹੋਣ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਊਬੈਕ ਵਿੱਚ ਪਹਿਲਾਂ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਸਿਹਤ ਮਾਹਰਾਂ ਨੇ ਅਜਿਹੇ ਵਿੱਚ ਕੋਰੋਨਾ ਕੇਸ ਹੋਰ ਵਧਣ ਦੀ ਚੇਤਾਵਨੀ ਦਿੱਤੀ ਹੈ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਬੇहद ਘਾਤਕ ਸਾਬਿਤ ਹੋ ਸਕਦਾ ਹੈ। ਜਦਕਿ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੀਚੇ ਬੀਤੇ ਦਿਨੀ ਈਟੋ ਬਿਕੋ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਬੈਕ ਟੂ ਸਕੂਲ ਪ੍ਰੋਗਰਾਮ ਬਾਰੇ ਗੱਲਬਾਤ ਕੀਤੀ। ਲੀਚੇ ਨੇ ਸਾਫ਼ ਕਿਹਾ ਹੈ ਕਿ ਸਕੂਲ ਖੋਲ੍ਹਣ ਜਾ ਰਹੇ ਅਤੇ ਫਿਰ ਸਰਕਾਰ ਬੱਚਿਆਂ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਕਿ ਕਲਾਸਿਸ ਵਿੱਚ ਥਾਂ ਨੂੰ ਲੈ ਕੇ ਟੋਰਾਂਟੋ ਸਕੂਲ ਬੋਰਡ ਨਾਲ ਗੱਲਬਾਤ ਦਾ ਦੌਰ ਲਗਾਤਾਰ ਜਾਰੀ ਹੈ। It's really just trying to highlight the importance to young people and to families to get their supplies ahead of the school year, and really want to thank Staples for making it safe and accessible for parents. We know how important that is to get their backpacks ready on the eve of back to school. And for Christine and I, we're just very excited, and we're extremely inspired by the incredible resolve, the courage and the hard work of our school educators, our principals, our administrators, and the students themselves, who overwhelmingly are eager and excited to get back to learning with their peers in a safe space. And we have worked so hard throughout this pandemic to ensure, as a province, as a society, we do everything humanly possible to reduce the risk. As a collective, we've seen a reduction in community transmission, but we still have more to do, especially for that under 30 constituency of youngsters that we've seen an increase in transmission. We all have a duty as a society to adhere to public health advice, to distance, to mask, to hand hygiene, and for private enterprises like Staples to do as much as they can, as they clearly are doing, to mitigate the risk for their clients and for families across the province. And so if we all do our part, our kids will be able to learn. And I want to really emphasize that over in the next coming days, because I think we have a collective responsibility. And if we continue to follow public health advice, we can flatten this curve, and we can ultimately ensure that every school in the province, urban and rural, is safe.
And so we just want to reaffirm our focus on the safety of children, on our staff, with a very strong, robust outbreak management protocol. And again, I just want to thank our students and our educators, our administrators for doing so much, working so hard, and for being so mission-oriented and ensuring that kids can get back to school in a safe space. ਟੋਰਾਂਟੋ ਦੇ ਮੇਅਰ ਜੌਨ ਟੋਰੀ ਵੱਲੋਂ ਕੋਵਿਡ-19 ਦੇ ਮਾਮਲਿਆਂ ਨੂੰ ਘੱਟ ਕਰਨ ਲਈ तमाम ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਜੀ ਹਾਂ, ਉਹਨਾਂ ਨੇ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਪਾਇਆ। ਪਰ ਹਾਲਾਂਕਿ ਇਹ ਜ਼ਰੂਰੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਭ ਸਾਵਧਾਨੀਆਂ ਜ਼ਰੂਰ ਵਰਤਣ। Toronto, the vast majority of whom have followed the consistent and professional advice of our medical officer of health throughout, along with our city staff and countless partners in the non-profit sector and in the private sector, we have helped to really slow down to a very small number, relatively speaking, the spread of the virus. We've flattened the curve and we've moved to restart this city, Canada's economic engine. We got this far, and we still have a long way to go, but we got this far because our city is strong and because the people are strong and because the people worked together. The governments worked together. Non-profits and governments work together, and people work together. And we're going to come back strong. And while we're going to continue to be cautious as we move past Labor Day, as we must be for all the reasons that have been so well outlined by our medical officer of health, it is this progress through the spring and summer that should give us confidence that we can face what lies ahead, even if it does include, as we're told it likely will, some kind of a resurgence. As we head towards Labor Day, I want to thank all of our frontline workers again, because I don't think we can thank them often enough for their service in making this progress possible and for making sure we were there for our residents and businesses throughout the last 6 months and into the future. And I want to thank the people again for their compliance and their cooperation and their working together and for their supporting each other. And just to say that over this weekend, when there will be lots of opportunity to have a good time and perhaps let down our guard, please stay the course. ਕੈਨੇਡਾ ਦੇ ਬਜਟ ਅਧਿਕਾਰੀ ਯਵੇਸ਼ ਗਰੋਸ ਨੇ ਕੋਵਿਡ-19 ਮਹਾਮਾਰੀ ਦੌਰਾਨ ਸਰਕਾਰ ਦੇ ਖਰਚਿਆਂ ਬਾਰੇ ਖਾਸ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਘਾਟਾ ਸੰਤੁਲਿਤ ਨਹੀਂ ਹੈ ਤੇ ਜੇਕਰ ਸਰਕਾਰ ਹੋਰ ਵਧੇਰੇ ਖਰਚਾ ਵਧਾਉਣਾ ਚਾਹੁੰਦੀ ਹੈ ਤਾਂ ਟੈਕਸ ਵਧਾਉਣ ਅਤੇ ਫਿਰ ਉਹ ਹੋਰ ਖਰਚੇ ਘਟਾਉਣ ਬਾਰੇ ਵਿਚਾਰ ਜ਼ਰੂਰ ਕੀਤਾ ਜਾ ਸਕਦਾ ਹੈ। Of course, the pandemic changed things significantly with a sharp reduction in revenues and the necessary spending that was required to sustain Canadian households and businesses. So which leads to a forecasted deficit this year of well over $300 billion. So if we were to add significant amounts to that, it would probably be sustainable as long as all the other supports that were temporary in nature are indeed temporary. So we can, but it's clearly, it's without a doubt that we cannot afford deficits of over $300 billion for more than just a few years. And when I say a few years, I really mean a year or two. Beyond that, it would become unsustainable. So if the government has plans for additional spending, it will clearly have to make difficult choices, either raise taxes or reduce other areas of spending, because it's clear that we cannot afford to have deficits of that magnitude for even the medium term. You can have a universal basic income with various parameters that can be relatively, and I mean relatively, less expensive than others, or you can go big and have programs that will cost easily $100 billion, depending on how generous you want your universal basic income to be. So the proverbial devil is in the details, and that's what really makes or breaks the fiscal sustainability of the country. It's how generous you want to be with these programs. So we can speculate about whether or not the government's intentions will make finances unsustainable or not, but I think it's much safer to wait for the details. But again, what's clear is that the current level of deficit is not sustainable, even in the medium term. And so the government provided a fiscal snapshot early in July, but we don't know what are the government's intentions beyond the current fiscal year. And that is concerning to me and to most people who are concerned about public finances. ਤੇ ਹੁਣ ਸਾਡੇ ਦਰਸ਼ਕਾਂ ਲਈ ਖਾਸ ਜਾਣਕਾਰੀ, ਜੇਕਰ ਤੁਸੀਂ ਸਾਨੂੰ ਕੋਈ ਖਬਰ ਭੇਜਣਾ ਚਾਹੁੰਦੇ ਹੋ ਤਾਂ ਲਿਖ ਭੇਜੋ ਸਾਨੂੰ। ਸਾਡਾ ਈਮੇਲ ਪਤਾ ਹੈ info@cktimetv.com। ਤੁਸੀਂ ਸਾਨੂੰ WhatsApp ਰਾਹੀਂ ਵੀ ਖਬਰ ਭੇਜ ਸਕਦੇ ਹੋ। ਸਾਡਾ ਨੰਬਰ ਹੈ +1 209 275 3038। ਫਿਲਹਾਲ ਨਾਰਥ ਅਮਰੀਕਾ ਦੀਆਂ ਇਹਨਾਂ ਸਰਗਰਮੀਆਂ ਵਿੱਚ ਬਸ ਨਹੀਂ ਅਤੇ ਮੈਨੂੰ ਜਾਣੇ ਵਾਲੇ ਦਰਸ਼ਕ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।